ਫਿਰਦੌਸੀ ਸ਼ਾਹਨਾਮਾ ਵਿੱਚ ਪਹਿਲਾਂ ਆਪਾਂ ਪੜ੍ਹਿਆ ਮੁਹੰਮਦ ਦੇ ਪੁੱਤਰ ਅਬੂ ਮਨਸੂਰ ਅਤੇ ਸੁਲਤਾਨ ਮਹਿਮੂਦ ਦੀ ਪ੍ਰਸ਼ੰਸਾ ਵਿੱਚ, ਅਤੇ ਹੁਣ ਆਪਾਂ ਪੜ੍ਹਨਾ ਸੁਲਤਾਨ ਮਹਿਮੂਦ ਦੇ ਭਾਈ ਅਬੂ ਨਸਰ ਦੀ ਪ੍ਰਸ਼ੰਸਾ ਵਿੱਚ। ਉਸ ਦਾ ਇੱਕ ਭਾਈ ਭਾਵੇਂ ਉਮਰ ਵਿੱਚ ਛੋਟਾ ਹੈ, ਪਰ ਮਰਦਊਪਣੇ ਵਿੱਚ ਉਸ ਦਾ ਕੋਈ ਸਾਨੀ ਨਹੀਂ। ਸੰਸਾਰ ਵਿੱਚ ਉਹ ਜਿੱਤ ਦੀ ਸ਼ਾਨ ਦਾ ਪਾਲਣਹਾਰ ਹੈ ਅਤੇ ਸਮੇਂ ਦੇ ਮਹਿਮੂਦ ਬਾਦਸ਼ਾਹ ਸੀ ਜਿਹੜਾ ਦੀ ਪ੍ਰਸ਼ੰਸਾ ਦੀ ਛਾਂ ਹੇਠ ਰਹਿੰਦਾ ਹੈ। ਉਸ ਦਾ ਪਿਤਾ ਨਸਾਰੁਦੀਨ ਦੀ ਸੀ। ਉਸ ਦੇ ਤਖ਼ਤ ਦਾ ਪਾਵਾ ਤਾਰਿਆਂ ਦਾ ਤਾਜ ਸੀ। ਉਹ ਮਰਦਾਊਪਣੇ ਅਤੇ ਚੰਗੀ ਰਾਏ ਦੇ ਹੁਨਰ ਦਾ ਮਾਲਕ ਸੀ ਅਤੇ ਉਸ ਤੋਂ ਸਾਰੇ ਵੱਡੇ ਵੱਡੇ ਸਰਦਾਰ ਪ੍ਰਸੰਨ ਸਨ। ਉਹ ਅਸਧਾਰਨ ਬਹਾਦਰ ਸੀ ਅਤੇ ਤੂਸ ਦਾ ਸੈਨਾਪਤੀ ਸੀ, ਜਿਹੜਾ ਕਿ ਲੜਾਈ ਵਿੱਚ ਸ਼ੇਰਾਂ ਨੂੰ ਮਾਤ ਦਿੰਦਾ ਸੀ। ਉਸ ਨੂੰ ਜਿਤਨਾ ਧਨ ਹਾਸਲ ਹੁੰਦਾ, ਲੋਕਾਂ ਨੂੰ ਦਾਨ ਕਰ ਦਿੰਦਾ ਅਤੇ ਉਹ ਸਾਰਿਆਂ ਤੋਂ ਪ੍ਰਸ਼ੰਸਾ ਪ੍ਰਾਪਤ ਕਰਦਾ ਸੀ। ਉਹ ਸਰਵ ਸ਼ਕਤੀਮਾਨ ਪਰਮਾਤਮਾ ਵੱਲੋਂ ਲੋਕਾਂ ਦਾ ਆਗੂ ਸੀ। ਉਹ ਚਾਹੁੰਦਾ ਸੀ ਕਿ ਇਹ ਬਾਦਸ਼ਾਹ ਸਲਾਮਤ ਰਹੇ ਅਤੇ ਸੰਸਾਰ ਰਹੇ ਤਾਂ ਉਸ ਦਾ ਸਿਰ ਤਾਜ ਤੋਂ ਬਿਨਾਂ ਨਾ ਰਹੇ। ਉਹ ਸਦੀਵੀ ਕਾਇਮ ਰਹੇ ਅਤੇ ਆਜ਼ਾਦ ਤੇ ਪ੍ਰਸੰਨ ਰਹੇ। ਉਸ ਦਾ ਸਰੀਰ ਸਦਾ ਅਰੋਗ ਅਤੇ ਉਹ ਤਖ਼ਤ ਅਤੇ ਤਾਜ ਦਾ ਮਾਲਕ ਰਹੇ ਅਤੇ ਉਹ ਦੁੱਖ ਦਰਦ ਤੋਂ ਹਮੇਸ਼ਾ ਮੁਕਤ ਖੁਸ਼ਬਖਤ ਰਹੇ। ਹੁਣ ਮੈਂ ਆਪਣੇ ਕੰਮ ਦੇ ਆਰੰਭ ਵੱਲ ਪਰਤਦਾ ਹਾਂ ਅਤੇ ਪ੍ਰਸਿੱਧ ਬਾਦਸ਼ਾਹਾਂ ਦੇ ਹਾਲਾਤ ਵੱਲ ਧਿਆਨ ਦਿੰਦਾ ਹਾਂ। ਕਿਊਮਰਸ ਅੱਵਲ ਦੀ ਬਾਦਸ਼ਾਹੀ। ਕਿਊਮਰਸ ਈਰਾਨ ਦਾ ਪਹਿਲਾ ਬਾਦਸ਼ਾਹ ਸੀ। ਉਸ ਨੇ 30 ਸਾਲ ਰਾਜ ਕੀਤਾ। ਉਸ ਦਾ ਤਖ਼ਤ ਉੱਤੇ ਬੈਠਣਾ ਅਤੇ ਅਹਰਮਨ ਦਾ ਉਸ ਨਾਲ ਈਰਖਾ ਕਰਨਾ। ਉਹ ਜ਼ਿਮੀਂਦਾਰ ਕਵੀ ਨੇ ਕੀ ਕਿਹਾ ਕਿ ਸੰਸਾਰ ਵਿੱਚ ਉਹ ਕਿਹੜਾ ਸੀ ਜਿਸ ਨੇ ਸਭ ਤੋਂ ਪਹਿਲਾਂ ਵੱਡਾ ਨਾਮ ਪ੍ਰਾਪਤ ਕੀਤਾ, ਅਤੇ ਉਹ ਕੌਣ ਸੀ ਜਿਸ ਨੇ ਸਿਰ ਉੱਤੇ ਪਹਿਲਾ ਤਾਜ ਰੱਖਿਆ। ਭਾਵੇਂ ਹੁਣ ਉਸ ਦੀ ਕਿਸੇ ਨੂੰ ਵੀ ਯਾਦ ਨਹੀਂ, ਸ਼ਾਇਦ ਪਿਤਾ ਦੀਆਂ ਦੱਸੀਆਂ ਹੋਈਆਂ ਕੁਝ ਗੱਲਾਂ ਪੁੱਤਰ ਨੂੰ ਯਾਦ ਹੋਣ, ਕਿਉਂਕਿ ਪਿਤਾ ਆਪਣੇ ਪੁੱਤਰ ਨੂੰ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਸੁਣਾਉਂਦਾ ਹੈ। ਉਹ ਕਿਹੜਾ ਆਦਮੀ ਸੀ ਜਿਸ ਨੂੰ ਬਜ਼ੁਰਗੀ ਦਾ ਨਾਮ ਅੱਗੇ ਲਿਆਂਦਾ, ਅਤੇ ਉਸ ਤੋਂ ਵੱਧ ਉਹ ਕਿਹੜਾ ਸੀ ਜਿਸ ਦਾ ਦਰਜਾ ਉਸ ਤੋਂ ਉੱਚਾ ਸੀ। ਇੱਕ ਪੁਰਾਤਨ ਬਾਦਸ਼ਾਹਾਂ ਦੇ ਹਾਲ ਖੋਜਣ ਵਾਲੇ ਨੇ ਪਹਿਲਵਾਨਾਂ ਦੀਆਂ ਕਹਾਣੀਆਂ ਸੁਣਾਈਆਂ ਅਤੇ ਇਸ ਤਰ੍ਹਾਂ ਦੱਸਿਆ ਕਿ ਤਖ਼ਤ ਅਤੇ ਤਾਜ ਦੇ ਨਿਯਮ ਜਿਸ ਨੇ ਬਣਾਏ ਉਹ ਕਿਊਮਰਸ ਸੀ, ਬਾਦਸ਼ਾਹ ਸੀ। ਜਦ ਸੂਰਜ ਬੁਰਜ ਹਮਲ ਮੇਖ ਰਾਸ਼ੀ ਵਿੱਚ ਆਇਆ ਤਾਂ ਸੰਸਾਰ ਬਕਾਇਦਾ ਸ਼ਾਨ ਅਤੇ ਚਮਕ ਦਮਕ ਵਾਲਾ ਬਣ ਗਿਆ। ਸੂਰਜ ਮੇਖ ਰਾਸ਼ੀ ਵਿੱਚੋਂ ਪ੍ਰਕਾਸ਼ਵਾਨ ਹੋਇਆ ਤਾਂ ਸਾਰੀ ਦੀ ਸਾਰੀ ਦੁਨੀਆ ਜਵਾਨ ਹੋ ਗਈ, ਖਿੜ ਗਈ ਅਤੇ ਕਿਊਮਰਸ ਸੰਸਾਰ ਦਾ ਮਾਲਕ ਬਣਿਆ। ਉਸ ਨੇ ਪਹਿਲਾਂ ਪਹਾੜਾਂ ਵਿੱਚ ਆਪਣਾ ਸਥਾਨ ਬਣਾਇਆ ਅਤੇ ਉਸ ਦਾ ਤਖ਼ਤ ਅਤੇ ਨਸੀਬਾ ਪਹਾੜਾਂ ਤੋਂ ਉੱਚਾ ਹੋ ਗਿਆ। ਉਸ ਨੇ ਅਤੇ ਉਸ ਦਿਆਂ ਸਾਥੀਆਂ ਨੇ ਚੀਤੇ ਦੀ ਖੱਲ ਪਹਿਨੀ ਹੋਈ ਸੀ। ਲੋਕਾਂ ਨੇ ਉਸ ਦੁਆਰਾ ਹੀ ਪਰਵਰਿਸ਼ ਪਾਈ, ਕਿਉਂਕਿ ਪਹਿਲਾਂ ਨਾ ਤਾਂ ਕੱਪੜੇ ਹੀ ਸਨ ਤੇ ਨਾ ਭੋਜਨ ਹੀ। ਉਹ 30 ਸਾਲ ਸੰਸਾਰ ਵਿੱਚ ਬਾਦਸ਼ਾਹੀ ਕਰਦਾ ਰਿਹਾ। ਉਹ ਗੁਣਾਂ ਕਰਕੇ ਇਉਂ ਸੀ ਜਿਵੇਂ ਕਿ ਸੂਰਜ ਤਖ਼ਤ ਉੱਤੇ ਸਜਿਆ ਹੁੰਦਾ ਹੈ। ਉਹ ਬਾਦਸ਼ਾਹੀ ਦੇ ਤਖ਼ਤ ਉੱਤੇ ਇਸ ਤਰ੍ਹਾਂ ਸੁਭਾਇਮਾਨ ਸੀ ਜਿਵੇਂ ਕਿ 14ਵੀਂ ਦਾ ਚੰਦ ਸਿੱਧੇ ਸਰੂ ਦੇ ਉੱਤੇ ਹੁੰਦਾ ਹੈ। ਹਰ ਜਾਨਵਰ, ਭਾਵੇਂ ਪਾਲਤੂ ਜਾਂ ਜੰਗਲੀ ਜਾਂ ਪੰਛੀ ਸੀ, ਜਿਹੜਾ ਵੀ ਕਿ ਉਸ ਨੂੰ ਵੇਖਦਾ ਸੀ ਉਸ ਦੇ ਨੇੜੇ ਆ ਕੇ ਆਰਾਮ ਪਾਉਂਦਾ ਸੀ। ਉਹ ਸਾਰੇ ਹੀ ਉਸ ਦੇ ਤਖ਼ਤ ਦੇ ਅੱਗੇ ਝੁਕਦੇ ਸਨ, ਜਿਸ ਸਦਕਾ ਉਹਨਾਂ ਦੀ ਸ਼ਾਨ ਅਤੇ ਨਸੀਬਾ ਉੱਚਾ ਹੋ ਗਿਆ। ਉਹ ਨਵਾਜ਼ੀਆਂ ਦੀ ਤਰ੍ਹਾਂ ਬਾਦਸ਼ਾਹ ਦੇ ਅੱਗੇ ਆਉਂਦੇ ਸਨ ਅਤੇ ਉਹਨਾਂ ਨੇ ਇੱਥੋਂ ਹੀ ਧਰਮ ਦਾ ਮਾਰਗ ਸਿੱਖਿਆ। ਉਸ ਦਾ ਇੱਕ ਸੁੰਦਰ ਸਪੁੱਤਰ ਸੀ। ਉਹ ਆਪਣੇ ਪ੍ਰਸਿੱਧ ਪਿਤਾ ਦੀ ਤਰ੍ਹਾਂ ਹੁਨਰਮੰਦ ਸੀ। ਉਸ ਦਾ ਨਾਮ ਸਿਆਮੁਕ ਸੀ ਅਤੇ ਉਹ ਸੁਭਾਗਾ ਸੀ,
ਕਿਊਮਰਸ ਦਾ ਦਿਲ ਉਸ ਨੂੰ ਵੇਖ ਕੇ ਖਿੜਿਆ ਰਹਿੰਦਾ ਸੀ। ਸਿਆਮਿਕ ਸੀ ਜਿਹੜਾ, ਉਹ ਕਿਊਮਰਸ ਦਾ ਪੁੱਤਰ ਸੀ। ਉਹ ਸੰਸਾਰ ਵਿੱਚ ਉਸ ਦੇ ਦੀਦਾਰ ਤੋਂ ਖੁਸ਼ ਸੀ, ਕਿਉਂਕਿ ਉਹ ਪੀੜ੍ਹੀ ਦੀ ਇੱਕ ਵੱਡੀ ਫਲਦਾਰ ਟਾਹਣੀ ਅਤੇ ਬੁਨਿਆਦ ਸੀ। ਉਹ ਉਸ ਨੂੰ ਜਿਉਂਦਾ ਵੇਖ ਕੇ ਖੁਸ਼ੀ ਦੇ ਹੰਝੂ ਕੇਰਦਾ ਅਤੇ ਉਸ ਦੇ ਵਿਛੋੜੇ ਦੇ ਡਰ ਕਰਕੇ ਰੋਣ ਲੱਗ ਪੈਂਦਾ। ਸੰਸਾਰ ਦੇ ਨਿਯਮ ਅਤੇ ਰਸਮਾਂ ਇਸੇ ਤਰ੍ਹਾਂ ਹੀ ਹਨ ਕਿ ਪਿਤਾ ਨੂੰ ਪੁੱਤਰ ਤੋਂ ਬਲ ਮਿਲਦਾ ਹੈ। ਇਸੇ ਤਰ੍ਹਾਂ ਬਹੁਤ ਸਾਰਾ ਸਮਾਂ ਬੀਤਦਾ ਗਿਆ ਅਤੇ ਬਾਦਸ਼ਾਹ ਦਾ ਰਾਜ ਚੰਗੂ ਪ੍ਰਫੁੱਲਤ ਹੋ ਗਿਆ। ਸੰਸਾਰ ਵਿੱਚ ਇੱਕ ਅਹਿਰਮਨ ਸ਼ੈਤਾਨ ਤੋਂ ਬਿਨਾਂ ਉਸਦਾ ਕੋਈ ਵੀ ਵੈਰੀ ਨਹੀਂ ਸੀ। ਇਸ ਦਵੈਂਖੀ ਦੈਂਤ ਨੇ ਈਰਖਾ ਦੇ ਕਾਰਨ ਇਹ ਰਾਏ ਬਣਾਈ ਕਿ ਉਸ ਦੀ ਗਰਦਨ ਤੋੜ ਦੇਵੇ। ਮਤਲਬ ਕਿ ਜਿਹੜਾ ਦੈਂਤ ਸੀ ਉਹ ਚਾਹੁੰਦਾ ਸੀ ਵੀ ਉਹ ਸਿਆਮਕ ਦੀ ਗਰਦਨ ਤੋੜ ਦੇਵੇ। ਉਸ ਦਾ ਇੱਕ ਬੱਚਾ ਸੀ ਜਿਹੜਾ ਕਿ ਬਿਗਿਆੜ ਜਿਹਾ ਤੇਜ਼ ਸੀ ਅਤੇ ਭਾਰੀ ਫੌਜ ਨਾਲ ਰਹਿ ਕੇ ਦਿਲਾਵਰ ਹੋ ਗਿਆ ਸੀ। ਉਸ ਨੇ ਫੌਜ ਇਕੱਠੀ ਕੀਤੀ ਅਤੇ ਉਸ ਦੇ ਨੇੜੇ ਪਹੁੰਚ ਗਿਆ ਅਤੇ ਬਾਦਸ਼ਾਹੀ ਤਾਜ ਅਤੇ ਤਖ਼ਤ ਉੱਤੇ ਕਬਜ਼ਾ ਕਰਨਾ ਚਾਹਿਆ। ਉਸ ਦੈਂਤ ਬੱਚੇ ਦੀ ਇਸ ਚਾਲ ਤੋਂ ਸੰਸਾਰ ਦਾ ਬੁਰਾ ਹਾਲ ਹੋ ਗਿਆ ਅਤੇ ਸਿਆਮਿਕ ਦੇ ਭੈੜੇ ਸਮੇਂ ਕਾਰਨ ਬਾਦਸ਼ਾਹ ਦਾ ਸਮਾਂ ਵੀ ਭੈੜਾ ਹੋ ਗਿਆ। ਉਹ ਹਰ ਇੱਕ ਨੂੰ ਹੀ ਆਪਣਾ ਭੇਦ ਦੱਸ ਦਿਆ ਕਰਦਾ ਸੀ ਅਤੇ ਇਸ ਤਰ੍ਹਾਂ ਉਸਨੇ ਸਾਰੇ ਸੰਸਾਰ ਨੂੰ ਆਪਣੇ ਮਨੋਰਥ ਤੋਂ ਜਾਣੂ ਕਰਾ ਦਿੱਤਾ। ਕਿਊਮਰਸ ਬਾਦਸ਼ਾਹ ਨੂੰ ਇਸ ਦੀ ਖਬਰ ਕਿਵੇਂ ਹੋ ਸਕਦੀ ਸੀ ਕਿ ਉਸ ਤੋਂ ਬਿਨਾਂ ਸ਼ਾਹੀ ਤਖ਼ਤ ਦਾ ਕੋਈ ਹੋਰ ਵੀ ਪਹਿਰੇਦਾਰ ਖੜ੍ਹਾ ਹੈ। ਪਰ ਇੱਕ ਲਖਤ ਹੀ ਇੱਕ ਮੁਬਾਰਕ ਫਰਿਸ਼ਤਾ ਆਇਆ ਜਿਹੜਾ ਕਿ ਪਰੀ ਚਿਹਰਾ ਸੀ ਅਤੇ ਜਿਸ ਨੇ ਚੀਤੇ ਦੀ ਖੱਲ ਪਾਈ ਹੋਈ ਸੀ। ਉਸਨੇ ਇਹ ਸਾਰੀ ਗੱਲ ਗੁਪਤ ਤੌਰ 'ਤੇ ਉਸਨੂੰ ਦੱਸੀ ਕਿ ਵੈਰੀ ਉਸਦੇ ਪੁੱਤਰ ਨਾਲ ਕੀ ਕਰਨਾ ਚਾਹੁੰਦਾ ਹੈ, ਸਿਆਮੁਕ ਦਾ ਦੈਂਤ ਨਾਲ ਲੜਨ ਲਈ ਜਾਣਾ ਅਤੇ ਮਾਰਿਆ ਜਾਣਾ। ਜਦ ਇਹ ਗੱਲ ਸਿਆਮੁਕ ਨੇ ਸੁਣੀ ਤਾਂ ਉਹ ਦਵੈਖੀ ਦੈਂਤ ਦੀ ਕਰਤੂਤ ਤੋਂ ਜਾਣੂ ਹੋ ਗਿਆ। ਉਸ ਸ਼ਹਿਜ਼ਾਦੇ ਦੇ ਦਿਲ ਵਿੱਚ ਜੋਸ਼ ਆ ਗਿਆ ਅਤੇ ਉਸਨੇ ਫੌਜ ਇਕੱਠੀ ਕੀਤੀ ਅਤੇ ਚੁਕੰਨਾ ਹੋ ਗਿਆ। ਉਸਨੇ ਚੀਤੇ ਦੀ ਖੱਲ ਪਹਿਨ ਲਈ ਕਿਉਂਕਿ ਉਸ ਸਮੇਂ ਸੰਜੂਆ ਪਾਉਣਾ ਲੜਾਈ ਦਾ ਢੰਗ ਨਹੀਂ ਸੀ। ਉਹ ਯੋਧਾ ਸ਼ਹਿਜ਼ਾਦਾ ਦੈਂਤ ਦੇ ਮੁਕਾਬਲੇ ਲਈ ਆਇਆ ਅਤੇ ਉਸਨੇ ਆਪਣੀ ਫੌਜ ਨੂੰ ਦਿਓਆਂ ਦੀ ਫੌਜ ਦੇ ਸਾਹਮਣੇ ਖੜ੍ਹਾ ਕਰ ਦਿੱਤਾ। ਸਿਆਮਕ ਨੰਗੇ ਧੜ ਹੀ ਆਇਆ ਸੀ ਅਤੇ ਅਹਿਰਮ ਦੇ ਬੱਚੇ ਨਾਲ ਐਵੇਂ ਹੀ ਉਲਝ ਪਿਆ। ਉਸ ਕਾਲੇ ਦਿਓ ਨੇ ਉਸ ਦੀ ਪਿੱਠ ਵਿੱਚ ਉਲਟੇ ਹੱਥ ਦਾ ਵੱਟ ਕੇ ਮੁੱਕਾ ਮਾਰਿਆ ਅਤੇ ਇਸ ਤੋਂ ਸ਼ਹਿਜ਼ਾਦੇ ਦਾ ਸਰੀਰ ਦੂਰਾ ਹੋ ਗਿਆ। ਫਿਰ ਉਸਨੇ ਸ਼ਹਿਜ਼ਾਦੇ ਨੂੰ ਮਿੱਟੀ ਉੱਤੇ ਸਿੱਟ ਲਿਆ ਅਤੇ ਆਪਣੇ ਨਹੁੰਾਂ ਦੇ ਹੱਥਾਂ ਨਾਲ ਉਸ ਦੀ ਪਿੱਠ ਚੀਰ ਦਿੱਤੀ। ਸਿਆਮਕ ਦੈਂਤ ਦੇ ਹੱਥੋਂ ਮਾਰਿਆ ਗਿਆ। ਉਹ ਮਰ ਤਾਂ ਗਿਆ, ਫੌਜ ਸੈਨਾਪਤੀ ਤੋਂ ਬਿਨਾਂ ਹੀ ਰਹਿ ਗਈ। ਜਦ ਬਾਦਸ਼ਾਹ ਨੂੰ ਆਪਣੇ ਪੁੱਤਰ ਦੀ ਮੌਤ ਦਾ ਪਤਾ ਲੱਗਾ ਤਾਂ ਉਸ ਦੇ ਸ਼ੋਕ ਵਿੱਚ ਸਾਰਾ ਸੰਸਾਰ ਉਸ ਲਈ ਕਾਲਾ ਹੋ ਗਿਆ। ਉਹ ਬੈਣ ਪਾਉਂਦਾ ਹੋਇਆ ਤਖ਼ਤ ਤੋਂ ਉਤਰਿਆ। ਉਹ ਆਪਣਾ ਸਿਰ ਪਿੱਟ ਰਿਹਾ ਸੀ ਅਤੇ ਬਾਹਾਂ ਉਚੇੜ ਰਿਹਾ ਸੀ। ਉਸ ਦੀਆਂ ਦੋਵੇਂ ਗੱਲਾਂ ਲਹੂ ਲਹਾਣ ਅਤੇ ਉਸ ਦਾ ਦਿਲ ਸੋਗੀ ਸੀ ਕਿਉਂਕਿ ਸਮੇਂ ਨੇ ਉਸ ਉੱਤੇ ਬੜਾ ਜ਼ੁਲਮ ਕੀਤਾ ਸੀ। ਫੌਜ ਵਿੱਚੋਂ ਰੋਣ ਪਿੱਟਣ ਦੀ ਆਵਾਜ਼ ਨਿਕਲੀ ਅਤੇ ਫੌਜੀਆਂ ਨੇ ਬਾਦਸ਼ਾਹ ਦੇ ਦਰਵਾਜ਼ੇ ਉੱਤੇ ਕਤਾਰ ਬਣਾ ਲਈ। ਸੋਗ ਵਿੱਚ ਉਹਨਾਂ ਸਾਰਿਆਂ ਨੇ ਆਪਣੇ ਕੱਪੜੇ ਨੀਲੇ ਕਰ ਲਏ। ਉਹਨਾਂ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ ਅਤੇ ਉਹਨਾਂ ਦੇ ਚਿਹਰੇ ਲਾਲ ਸਨ। ਜੰਗਲੀ ਜਾਨਵਰ ਅਤੇ ਪੰਛੀ ਤੇ ਸ਼ਿਕਾਰੀ ਜਾਨਵਰ ਵੀ ਇਕੱਠੇ ਹੋ ਗਏ ਅਤੇ ਉਹ ਰੋਂਦੇ ਪਿੱਟਦੇ ਪਹਾੜਾਂ ਵੱਲ ਚਲੇ ਗਏ। ਉਹ ਸੋਗਵਾਨ ਤੇ ਦਰਦਮੰਦ ਹੋ ਕੇ ਤੁਰ ਪਏ ਅਤੇ ਬਾਦਸ਼ਾਹ ਦੇ ਦਰਬਾਰ ਤੋਂ ਘੱਟਾ ਉੱਡਣ ਲੱਗ ਪਿਆ। ਉਹ ਇਸੇ ਤਰ੍ਹਾਂ ਸੋਗ ਵਿੱਚ 1 ਸਾਲ ਬੈਠੇ ਰਹੇ ਤਾਂ ਨਿਆਂਕਾਰ ਪਰਮਾਤਮਾ ਵੱਲੋਂ ਇੱਕ ਸੰਦੇਸ਼ ਆਇਆ ਅਤੇ ਮੁਬਾਰਕ ਫਰਿਸ਼ਤੇ ਨੇ ਕਿਊਮਰਸ ਨੂੰ ਸਲਾਮ ਕੀਤਾ ਅਤੇ ਕਿਹਾ ਕਿ ਇਹ ਬਾਦਸ਼ਾਹ ਹੁਣ ਹੋਰ ਸੋਗ ਨਾ ਕਰ ਅਤੇ ਹੋਸ਼ ਵਿੱਚ ਆ। ਮੇਰੇ ਹੁਕਮ ਅਨੁਸਾਰ ਫੌਜ ਨੂੰ ਤਿਆਰ ਕਰਕੇ ਚੜ੍ਹਾਈ ਕਰ ਅਤੇ ਇਸ ਫੌਜ ਵਿੱਚੋਂ ਇੱਕ ਲਾਇਕ ਪਹਿਲਵਾਨ ਨੂੰ ਟਿਕ ਕੇ
ਉਸ ਬਦ ਅਸਲ ਦਿਓ ਤੋਂ ਧਰਤੀ ਨੂੰ ਖਾਲੀ ਕਰ ਅਤੇ ਉਸ ਨੂੰ ਮਾਰ ਕੇ ਆਪਣੇ ਦਿਲ ਨੂੰ ਕੀਨੋਂ ਤੋਂ ਸਾਫ਼ ਕਰ। ਉਸ ਪ੍ਰਸਿੱਧ ਬਾਦਸ਼ਾਹ ਨੇ ਆਪਣਾ ਸਿਰ ਆਸਮਾਨ ਵੱਲ ਚੁੱਕਿਆ ਅਤੇ ਉਸ ਬੇਈਮਾਨ ਤੋਂ ਬਰ ਲੈਣ ਦੀ ਠਾਣ ਲਈ। ਇਸ ਉਪਰੰਤ ਉਸਨੇ ਪਰਮਾਤਮਾ ਦਾ ਉੱਚਤਮ ਨਾਮ ਲਿਆ ਅਤੇ ਆਪਣੀਆਂ ਪਲਕਾਂ ਹੰਝੂਆਂ ਤੋਂ ਸਾਫ਼ ਕੀਤੀਆਂ। ਕਿਊਮਰਜ਼ ਸਿਆਮੁਕ ਦਾ ਬਦਲਾ ਲੈਣ ਲਈ ਤਤਪਰ ਹੋ ਗਿਆ। ਉਸ ਲਈ ਰਾਤ ਦਾ ਆਰਾਮ ਅਤੇ ਦਿਨ ਦਾ ਖਾਣਾ ਪੀਣਾ ਹਰਾਮ ਹੋ ਗਿਆ। ਇਸ ਤੋਂ ਅੱਗੇ ਆਪਾਂ ਪੜ੍ਹਾਂਗੇ ਹੋਸ਼ੰਗ ਦੇ ਕਿਊਮਰਸ ਦਾ ਦਿਓ ਸਿਆਹ ਨਾਲ ਜੰਗ ਕਰਨ ਲਈ ਜਾਣਾ ਅਤੇ ਦਿਓ ਦਾ ਮਾਰਿਆ ਜਾਣਾ ਅਤੇ ਕਿਊਮਰਸ ਦਾ ਪੂਰਾ ਹੋਣਾ। ਤੁਹਾਨੂੰ ਇਹ ਆਡੀਓ ਕਿਸ ਤਰ੍ਹਾਂ ਲੱਗੀ? ਜੇ ਵਧੀਆ ਲੱਗੀ ਤਾਂ ਲਾਈਕ ਅਤੇ ਕਮੈਂਟ ਸ਼ੇਅਰ ਕਰ ਦੇਣਾ, ਅਤੇ ਜੇ ਮੇਰੀ ਆਡੀਓ ਪਹਿਲੀ ਵਾਰ ਸੁਣ ਲਿਓ ਤਾਂ ਚੈਨਲ ਸਬਸਕ੍ਰਾਈਬ ਕਰ ਲੈਣਾ।